बिच दुनिया सेवक माईए तां दरगह बैसन पाईए। ਤਾਂ ਅੱਜ ਅਸੀਂ ਫੇਰ ਹਰਿਆਣੇ ਦੇ ਬਾਰਡਰ ਤੇ ਆ, ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਵਾਰ ਫੇਰ ਤਸਵੀਰਾਂ ਦਿਖਾ ਰਹੇ ਆ। ਹੜ੍ਹਾਂ ਆਇਆਂ ਨੂੰ 4-5 ਦਿਨ ਹੋ ਗਏ ਨੇ, ਪੰਜਾਬ ਡੁੱਬਦਾ ਹੋਇਆ ਦੇਖਿਆ ਨਹੀਂ ਜਾ ਰਿਹਾ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਥੋੜੀ ਬਹੁਤੀ ਸੇਵਾ ਕਰਨ ਦੀ ਗੱਲ ਹੋ ਰਹੀ ਆ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਫਸਲਾਂ ਬਰਬਾਦ ਹੋ ਗਈਆਂ, ਹਰੀਆਂ ਭਰੀਆਂ ਫਸਲਾਂ ਸਨ, ਇਹ ਖੇਤ ਹਰੇ ਭਰੇ ਸਨ ਤਾਂ ਫਸਲਾਂ ਬਰਬਾਦ ਹੋ ਗਈਆਂ। ਤਾਂ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਪਾਣੀ ਆ ਜਿਹੜਾ ਚਾਰ ਸਪੇਰੇ ਇੱਕ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੇ ਨੇ ਖੇਤ। ਤਾਂ ਇਹ ਪਾਣੀ ਤੁਹਾਨੂੰ ਦਿਖਦਾ ਹੋਏਗਾ ਛੱਲਾ ਮਾਰਦਾ, ਤੇ ਇਸ ਪਾਣੀ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਨੇ। ਤਾਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ। ਇਸ ਸੜਕ ਦੇ ਉੱਪਰ ਦੀ ਪਾਣੀ ਵਗਿਆ, ਇਹ ਸੜਕਾਂ ਦਿਖਣੀਆਂ ਬੰਦ ਹੋ ਗਈਆਂ। ਛੋਟੇ ਛੋਟੇ ਬੱਚੇ ਰੈਸਕਿਊ ਕਰਕੇ ਬਾਹਰ ਲਿਆਂਦੇ ਗਏ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਕਿ ਪਾਣੀ ਉਤਰਿਆ ਤਾਂ ਹੈ, ਪਰ ਉਤਰਿਆ ਕਿੰਨਾ ਕਿੰਨਾ ਉਹ ਵੀ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ। ਜਿਹੜੀਆਂ ਇਹ ਬੂਟੀਆਂ ਆਈਆਂ ਤਰ ਕੇ, ਜਿਹੜਾ ਕਿ ਇਹ ਇੱਕ ਗਵਾਹੀ ਭਰਦੀਆਂ ਨੇ ਕਿ ਇੱਥੇ ਸਰਕਾਰਾਂ ਨਾਕਾਮ ਰਹੀਆਂ ਨੇ, ਕਿਉਂਕਿ ਸਰਕਾਰਾਂ ਦੇ ਵੱਲੋਂ ਕੋਈ ਇੱਥੇ ਸਫਾਈ ਨਹੀਂ ਕੀਤੀ ਗਈ। ਜੇਕਰ ਅਸੀਂ ਗੱਲ ਕਰੀ ਜਾਵੇ ਸਰਕਾਰਾਂ ਦੀ, ਤਾਂ ਸਰਕਾਰਾਂ ਨੇ 1.5 ਸਾਲ ਇਹੋ ਹੀ ਰੱਟ ਲਾਈ ਰੱਖੀ ਕਿ ਟਵੀਟ ਤੇ ਫਲਾਣੇ ਨੇ ਫਲਾਣਾ ਟਵੀਟ ਕੀਤਾ ਤੇ ਫਲਾਣੇ ਨੇ ਫਲਾਣਾ ਟਵੀਟ ਕੀਤਾ। ਜਦੋਂ ਪੰਜਾਬ ਡੁੱਬਿਆ ਤਾਂ ਸਾਰੇ ਮੰਤਰੀ, ਸਾਰੇ ਸੰਤਰੀ ਫੋਟੋਆਂ ਕਰਵਾਉਣ ਦੇ ਲਈ ਇਹਨਾਂ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਜ਼ਰੂਰ ਦੇਖੇ ਗਏ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਅੱਜ ਸਾਂਝੀਆਂ ਕਰ ਰਹੇ ਹਾਂ। ਭੇਵੇ ਲਾਗੇ ਪੰਜਾਬ ਦੇ ਪਿੰਡਾਂ ਦੀਆਂ ਤਸਵੀਰਾਂ ਨੇ, ਹਰਿਆਣੇ ਦੇ ਲਾਗੇ ਪੰਜਾਬ ਦੇ ਪਿੰਡਾਂ ਦੀਆਂ ਦਿਖਾਉਣ ਜਾ ਰਹੇ ਹਾਂ, ਜਿਹੜਾ ਪੰਜਾਬ ਡੁੱਬਦਾ ਹੋਇਆ ਨਜ਼ਰ ਆ ਰਿਹਾ। 4 ਦਿਨ ਪਹਿਲਾਂ ਇਹ ਖੇਤ ਹਰੇ ਭਰੇ ਦਿਖਾਈ ਦੇ ਰਹੇ ਸਨ, ਤਾਂ ਅੱਜ ਉਹਨਾਂ ਖੇਤਾਂ ਦੇ ਵਿੱਚ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ। ਬੇਸ਼ੱਕ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਕਵਰੇਜ ਆ ਉਹ ਚੱਲ ਰਹੀ ਆ। ਪਿਛਲੇ ਦਿਨਾਂ ਤੋਂ ਲਗਾਤਾਰ ਪਟਿਆਲੇ ਦੇ ਆਸ-ਪਾਸ ਦੇ ਪਿੰਡਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ, ਪਰ ਅੱਜ ਫੇਰ ਅਸੀਂ ਬਾਈ ਹੋਰਾਂ ਦੇ ਨਾਲ ਚੱਲੇ ਆ। ਰਾਸ਼ਨ ਦੀ ਜਿਹੜੀ ਟਰਾਲੀ ਆ ਉਹ ਭਰੀ ਹੋਈ ਆ, ਤੇ ਅੱਗੇ ਚੱਲ ਕੇ ਅਸੀਂ ਲੋਕਾਂ ਦੇ ਜੋ ਹਾਲਾਤ ਨੇ ਉਹ ਦਿਖਾਵਾਂਗੇ। ਹਰਿਆਣੇ ਦੇ ਲਾਗਲੇ ਪਿੰਡਾਂ ਦੇ ਜਿਹੜੇ ਹਾਲਾਤ ਨੇ, ਪੰਜਾਬ ਤੇ ਹਰਿਆਣੇ ਬਾਰਡਰ ਤੇ ਵਸੇ ਪਿੰਡ ਨੇ, ਉਹਨਾਂ ਦੇ ਹਾਲਾਤ ਅਸੀਂ ਜ਼ਰੂਰ ਦਿਖਾਵਾਂਗੇ, ਕਿਉਂਕਿ ਪਾਣੀ ਆ ਜਿਹੜਾ ਪੂਰੇ ਦਾ ਪੂਰਾ ਜਿਹੜਾ ਕਿ ਭਰਿਆ ਹੋਇਆ। ਇੱਕ ਵਾਰ ਸੁੱਖੀਏ ਤਸਵੀਰਾਂ ਦਿਖਾ ਦੇ, ਪਿਛਲੇ ਪਾਸੇ ਜਿਹੜੀਆਂ ਸੜਕਾਂ ਨੇ ਉਹ ਟੁੱਟ ਗਈਆਂ ਨੇ ਤੇ ਪਾਣੀ ਜਿਹੜਾ ਕਿ ਜਿਉਂ ਦੀ ਤਿਉਂ ਵਗ ਰਿਹਾ। ਬੇਸ਼ੱਕ ਪਾਣੀ ਦਾ ਪੱਧਰ ਘਟਿਆ, ਪਰ ਪਾਣੀ ਜਿਹੜਾ ਕਿ ਮਾਰੋ ਮਾਰ ਕਰਦਾ ਫੇਰ ਵੀ ਪੰਜਾਬ ਦੇ ਖੇਤਾਂ ਨੂੰ ਲੈ ਡੁੱਬਿਆ, ਪੰਜਾਬ ਦੇ ਉਹਨਾਂ ਪਰਿਵਾਰਾਂ ਨੂੰ ਲੈ ਡੁੱਬਿਆ ਜਿਨ੍ਹਾਂ ਨੇ ਕਦੇ 1988 ਦੇ ਵਿੱਚ ਹੜ੍ਹ ਦੇਖਿਆ, ਕਦੇ 1993 ਦੇ ਵਿੱਚ ਹੜ੍ਹ ਦੇਖਿਆ। ਤਾਂ ਇਹ ਤਸਵੀਰਾਂ ਨੇ। ਹੌਲੀ ਹੌਲੀ ਜਦੋਂ ਅੱਗੇ ਵਧਾਂਗੇ ਤਾਂ ਤਸਵੀਰਾਂ ਹੋਰ ਵੀ ਜਿਹੜੀਆਂ ਕਿ ਭਿਆਨਕ ਹੁੰਦੀਆਂ ਨਜ਼ਰ ਆਉਣਗੀਆਂ। ਮੌਸਮ ਦੀ ਐਸੀ ਮਾਰ ਪਈ ਕਿ ਪੰਜਾਬ ਦੇ ਪਿੰਡ ਅਨੇਕਾਂ ਜਿਹੜੇ ਕਿ ਬਰਬਾਦ ਹੋ ਗਏ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਕਾਫੀ ਕੁਛ ਆ ਜਿਹੜਾ ਸਾਂਝਾ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫੀ ਕੁਝ ਜਿਹੜਾ ਸਾਂਝਾ ਕਰ ਰਹੇ ਹਾਂ। ਸੁੱਖੇ ਤਸਵੀਰਾਂ ਦਿਖਾਉਂਦਾ ਰਹੇ ਨਾਲ ਨਾਲ। ਇੱਧਰਲੇ ਪਾਸਿਓਂ ਜਿਹੜੇ ਰੋਡ ਟੁੱਟੀਆਂ ਹੋਈਆਂ ਨੇ ਤਸਵੀਰਾਂ ਜ਼ਰੂਰ ਦਿਖਾਉਣੀਆਂ ਨੇ, ਕਿਉਂਕਿ ਅਨੇਕਾਂ ਕੁਝ ਜਿਹੜਾ ਕਿ ਬਰਬਾਦ ਹੋ ਗਿਆ। ਜਿੱਥੋਂ ਤੱਕ ਨਜ਼ਰ ਵੱਜਦੀ ਆ ਇੱਕ ਵਾਰ ਉਹ ਮਾਹੌਲ ਦਿਖਾਈ ਦਿੰਦਾ ਕਿ ਜਿਵੇਂ ਕਾਲੇ ਪਾਣੀ ਦਾ ਦ੍ਰਿਸ਼ ਹੋਵੇ, ਕਿਉਂਕਿ ਦੂਰ ਦਰਾਡੇ ਤੱਕ ਕੋਈ ਫਸਲ ਨਹੀਂ, ਕੋਈ ਇਨਸਾਨ ਨਹੀਂ ਦਿਖਾਈ ਦੇ ਰਿਹਾ ਤੇ ਕੋਈ ਪਸ਼ੂ ਪੰਛੀ ਨਹੀਂ ਦਿਖਾਈ ਦੇ ਰਿਹਾ। ਇਹ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਇੱਕ ਵਾਰ ਫੇਰ ਅਸੀਂ ਪੰਜਾਬ ਦੇ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹਾਂ, ਜਿਹੜੇ ਪਿੰਡਾਂ ਦੇ ਵਿੱਚ ਵਾਕਈ ਲੋਕ ਜਿਹੜੇ ਕਿ ਇੱਕ ਤਰਸ ਦੇ ਆਧਾਰ ਤੇ ਅੱਜ ਰਹਿਣ ਦੇ ਲਈ ਮਜਬੂਰ ਹੋ ਗਏ ਨੇ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜਿੱਥੋਂ ਤੱਕ ਨਿਗਾਹ ਵੱਜਦੀ ਆ ਕੋਈ ਹਰਾ, ਕੋਈ ਚਾਰਾ ਨਹੀਂ ਰਿਹਾ ਪਸ਼ੂਆਂ ਦੇ ਲਈ, ਤੇ ਇਨਸਾਨਾਂ ਦੇ ਲਈ ਖਾਣ ਦੇ ਲਈ ਕੋਈ ਦਾਣੇ ਨਹੀਂ ਰਹੇ।
ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਅਸੀਂ ਬਹੁਤ ਕੁਝ ਅਜਿਹਾ ਬਿਆਨ ਕਰਾਂਗੇ ਕਿ ਤਸਵੀਰਾਂ ਪੰਜਾਬ ਦੀਆਂ ਬੋਲਣਗੀਆਂ ਕਿ ਜਦੋਂ ਹੜ੍ਹਾਂ ਦੀ ਮਾਰ ਪਈ ਤਾਂ ਉਦੋਂ ਪੰਜਾਬ ਨੇ ਅੱਗੇ ਛਾਤੀ ਕਰੀ, ਤੇ ਜਦੋਂ ਪਾਣੀਆਂ ਦੀ ਗੱਲ ਹੋਈ ਤਾਂ ਦੂਜੀਆਂ ਸਟੇਟਾਂ ਨੇ ਆ ਕੇ ਪੰਜਾਬ ਵੱਲ ਅੱਖਾਂ ਕੱਢਣੀਆਂ ਸ਼ੁਰੂ ਕਰੀਆਂ। ਤਾਂ ਇਹ ਅੱਜ ਰਿਪੇਰੀਅਨ ਲਾਅ ਦੀ ਗੱਲ ਹੋਏਗੀ ਇੱਥੇ ਖੜ ਕੇ ਕਿ ਰਿਪੇਰੀਅਨ ਲਾਅ ਕੀ ਕਹਿੰਦਾ, ਕਿ ਜਦੋਂ ਰਿਪੇਰੀਅਨ ਲਾਅ ਦੀ ਗੱਲ ਹੁੰਦੀ ਆ ਕਿ ਪੰਜਾਬ ਦੀ ਗੱਲ ਹੁੰਦੀ ਆ, ਜਦੋਂ ਹੜ੍ਹਾਂ ਦੀ ਮਾਰ ਪੈਂਦੀ ਆ ਤਾਂ ਪੰਜਾਬ ਨੂੰ ਝੱਲਣੀ ਪੈਂਦੀ ਆ, ਤੇ ਜਦੋਂ ਪਾਣੀਆਂ ਦੀ ਗੱਲ ਹੁੰਦੀ ਆ ਤਾਂ ਸਾਰੀਆਂ ਸਟੇਟਾਂ ਝੋਲੀ ਅੜਦੀਆਂ ਨੇ। ਇੱਥੇ ਗੱਲ ਕਰਾਂਗੇ ਅਸੀਂ ਉਹਨਾਂ ਸਰਕਾਰਾਂ ਦੀ ਜਿਹੜੀਆਂ ਸਰਕਾਰਾਂ ਨੇ ਪਹਿਲਾਂ ਗੌਰ ਨਹੀਂ ਕਰੀ, ਤੇ ਜਦੋਂ ਪੰਜਾਬ ਦੇ ਪਿੰਡ ਡੁੱਬ ਚੱਲੇ ਤਾਂ ਇਸ ਤੋਂ ਬਾਅਦ ਫੋਟੋਆਂ ਕਰਾਉਣ ਦੇ ਲਈ ਹਰ ਕੋਈ ਪਹੁੰਚ ਗਿਆ। ਸੁੱਕੀਆਂ ਤਸਵੀਰਾਂ ਨਾਲ ਨਾਲ ਦਿਖਾਉਂਦਾ ਰਹੇ, ਕਿਉਂਕਿ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਬਿਆਨ ਹੋਣਾ। ਅੱਜ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਬਿਆਨ ਹੋਣਾ ਅਜਿਹਾ ਕੁਝ, ਕਿਉਂਕਿ ਪਾਣੀ ਆ ਜਿਹੜਾ 5 ਤੋਂ 6 ਫੁੱਟ ਜਿਹੜਾ ਹਲੇ ਵੀ ਫਿਰਦਾ ਨਜ਼ਰ ਆ ਰਿਹਾ। ਤਸਵੀਰਾਂ ਨੇ ਅੱਜ ਪੰਜਾਬ ਦੀਆਂ, ਇਹ ਤਸਵੀਰਾਂ ਉਹਨਾਂ ਸਰਕਾਰਾਂ ਦੇ ਮੂੰਹ ਤੇ ਚਪੇੜ ਆ, ਕਿਉਂਕਿ ਉਹਨਾਂ ਸਰਕਾਰਾਂ ਨੂੰ ਪਹਿਲਾਂ ਸੋਚਣਾ ਜ਼ਰੂਰ ਚਾਹੀਦਾ। ਜਿਹੜੇ ਐਮਐਲਏ ਜਾਂ ਜਿਹੜੇ ਵਿਧਾਇਕ ਆਉਂਦੇ ਨੇ ਉਹ ਆਪਣੀਆਂ ਵੋਟਾਂ ਤੱਕ ਜ਼ਰੂਰ ਸੀਮਤ ਹੁੰਦੇ ਨੇ, ਉਸ ਤੋਂ ਬਾਅਦ ਲੋਕਾਂ ਦੀ ਸਾਰ ਤੱਕ ਨਹੀਂ ਲਈ ਜਾਂਦੀ। ਇਹ ਹੜ੍ਹਾਂ ਵਰਗੇ ਹਾਲਾਤ ਨੇ, ਤਾਂ ਹੜ੍ਹ ਜਿਹੜੇ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਆਏ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਇੰਡੋਜ਼ ਟੀਵੀ ਆਸਟ੍ਰੇਲੀਆ ਦੀ ਟੀਮ ਅੱਜ ਇੱਕ ਵਾਰ ਫੇਰ ਪੰਜਾਬ ਨੂੰ ਉੱਜੜਦੇ ਨੂੰ ਦਿਖਾ ਰਹੀ ਆ, ਕਿਉਂਕਿ ਪੰਜਾਬ ਹਮੇਸ਼ਾ ਉੱਜੜਦਾ ਰਿਹਾ। 1947 ਦੀ ਗੱਲ ਕਰ ਲਈਏ, 1984 ਦੀ ਗੱਲ ਕਰ ਲਈਏ, 1966 ਦੀ ਗੱਲ ਕਰ ਲਈਏ, ਤਾਂ ਪੰਜਾਬ ਨੇ ਬਹੁਤ ਮਾਰਾਂ ਝੱਲੀਆਂ ਤੇ ਪੰਜਾਬ ਫੇਰ ਜਿਉਂਦਾ ਹੁੰਦਾ ਰਿਹਾ। ਅੱਜ ਅਸੀਂ ਇਹ ਤਸਵੀਰਾਂ ਦਿਖਾਵਾਂਗੇ ਕਿਉਂਕਿ ਸਾਡੇ ਨਾਲ ਗੋਤਾਖੋਰ ਆਸ਼ੂ ਮਲਕ ਜੀ ਮੌਜੂਦ ਰਹਿਣਗੇ, ਤਾਂ ਉਹਨਾਂ ਦੇ ਨਾਲ ਚੱਲ ਕੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ। ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਬਿਆਨ ਹੋਣਾ ਕਿ ਤਸਵੀਰਾਂ ਮੂੰਹੋਂ ਬੋਲਣਗੀਆਂ ਕਿ ਇਸ ਪੰਜਾਬ ਨੇ ਕੀ ਝੱਲਿਆ, ਇਸ ਆਪਣੇ ਛਾਤੀ ਦੇ ਉੱਪਰ ਆਪਣੇ ਦਰਦ ਸਮੋਈ ਬੈਠਾ ਪੰਜਾਬ ਆ। ਤਾਂ ਅੱਜ ਅਸੀਂ ਇਹ ਤਸਵੀਰਾਂ ਦਿਖਾਵਾਂਗੇ ਕਿ ਪਾਣੀ ਜਿਹੜਾ ਕਿ ਕਿਸੇ ਥਾਂ ਤੇ 10 ਫੁੱਟ ਆ, ਕਿਸੇ ਥਾਂ ਤੇ 15 ਫੁੱਟ ਆ, ਤੇ ਕਿਸੇ ਥਾਂ ਤੇ 4-4 ਫੁੱਟ ਆ। ਤਾਂ ਇਹ ਤਸਵੀਰਾਂ ਅਸੀਂ ਜ਼ਰੂਰ ਦਿਖਾਵਾਂਗੇ, ਕਿਉਂਕਿ ਰੈਸਕਿਊ ਕੀਤੇ ਬੱਚੇ 2-2 ਮਹੀਨਿਆਂ ਤੋਂ ਲੈ ਕੇ 10-10 ਸਾਲਾਂ ਤੱਕ ਦੇ ਬੱਚੇ ਜਿਹੜੇ ਰੈਸਕਿਊ ਕੀਤੇ ਗਏ ਸੀ, ਉਹਨਾਂ ਨੂੰ ਅਸੀਂ ਜ਼ਰੂਰ ਦਿਖਾਵਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ, ਇਹ ਘਰ ਨੇ ਜਿਹੜੇ ਕਿ ਢਹਿ ਢੇਰੀ ਹੋ ਗਏ ਨੇ। ਇਹ ਤਸਵੀਰਾਂ ਦੇ ਜ਼ਰੀਏ ਅਸੀਂ ਬਹੁਤ ਕੁਝ ਅਜਿਹਾ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਅਜਿਹਾ ਤੁਹਾਨੂੰ ਦਿਖਾ ਰਹੇ ਹਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ
ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਤਾਂ ਅੱਜ ਅਸੀਂ ਫੇਰ ਹਰਿਆਣੇ ਦੇ ਬਾਰਡਰ ਤੇ ਆ, ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਵਾਰ ਫੇਰ ਤਸਵੀਰਾਂ ਦਿਖਾ ਰਹੇ ਆ। ਹੜ੍ਹਾਂ ਆਇਆਂ ਨੂੰ 4-5 ਦਿਨ ਹੋ ਗਏ ਨੇ। ਪੰਜਾਬ ਡੁੱਬਦਾ ਹੋਇਆ ਦੇਖਿਆ ਨਹੀਂ ਜਾ ਰਿਹਾ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਥੋੜੀ ਬਹੁਤੀ ਸੇਵਾ ਕਰਨ ਦੀ ਗੱਲ ਹੋ ਰਹੀ ਆ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਫਸਲਾਂ ਬਰਬਾਦ ਹੋ ਗਈਆਂ। ਹਰੀਆਂ ਭਰੀਆਂ ਫਸਲਾਂ ਸਨ, ਇਹ ਖੇਤ ਹਰੇ ਭਰੇ ਸਨ ਤਾਂ ਫਸਲਾਂ ਬਰਬਾਦ ਹੋ ਗਈਆਂ। ਤਾਂ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਪਾਣੀ ਆ ਜਿਹੜਾ ਚਾਰ ਸਪੇਰੇ ਇੱਕ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੇ ਨੇ ਖੇਤ। ਤਾਂ ਇਹ ਪਾਣੀ ਤੁਹਾਨੂੰ ਦਿਖਦਾ ਹੋਏਗਾ ਛੱਲਾ ਮਾਰਦਾ, ਤੇ ਇਸ ਪਾਣੀ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਨੇ। ਤਾਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ। ਇਸ ਸੜਕ ਦੇ ਉੱਪਰ ਦੀ ਪਾਣੀ ਵਗਿਆ, ਇਹ ਸੜਕਾਂ ਦਿਖਣੀਆਂ ਬੰਦ ਹੋ ਗਈਆਂ। ਛੋਟੇ ਛੋਟੇ ਬੱਚੇ ਰੈਸਕਿਊ ਕਰਕੇ ਬਾਹਰ ਲਿਆਂਦੇ ਗਏ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਕਿ ਪਾਣੀ ਉਤਰਿਆ ਤਾਂ ਹੈ, ਪਰ ਉਤਰਿਆ ਕਿੰਨਾ ਕਿੰਨਾ ਉਹ ਵੀ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ। ਜਿਹੜੀਆਂ ਇਹ ਬੂਟੀਆਂ ਆਈਆਂ ਤਰ ਕੇ, ਜਿਹੜਾ ਕਿ ਇਹ ਇੱਕ ਗਵਾਹੀ ਭਰਦੀਆਂ ਨੇ ਕਿ ਇੱਥੇ ਸਰਕਾਰਾਂ ਨਾਕਾਮ ਰਹੀਆਂ ਨੇ, ਕਿਉਂਕਿ ਸਰਕਾਰਾਂ ਦੇ ਵੱਲੋਂ ਕੋਈ ਇੱਥੇ ਸਫਾਈ ਨਹੀਂ ਕੀਤੀ ਗਈ। ਜੇਕਰ ਅਸੀਂ ਗੱਲ ਕਰੀ ਜਾਵੇ ਸਰਕਾਰਾਂ ਦੀ, ਤਾਂ ਸਰਕਾਰਾਂ ਨੇ 1.5 ਸਾਲ ਇਹੋ ਹੀ ਰੱਟ ਲਾਈ ਰੱਖੀ ਕਿ ਟਵੀਟ ਤੇ ਫਲਾਣੇ ਨੇ ਫਲਾਣਾ ਟਵੀਟ ਕੀਤਾ ਤੇ ਫਲਾਣੇ ਨੇ ਫਲਾਣਾ ਟਵੀਟ ਕੀਤਾ। ਜਦੋਂ ਪੰਜਾਬ ਡੁੱਬਿਆ ਤਾਂ ਸਾਰੇ ਮੰਤਰੀ ਸਾਰੇ ਸੰਤਰੀ ਫੋਟੋਆਂ ਕਰਵਾਉਣ ਦੇ ਲਈ ਇਹਨਾਂ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਜ਼ਰੂਰ ਦੇਖੇ ਗਏ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਅੱਜ ਸਾਂਝੀਆਂ ਕਰ ਰਹੇ ਹਾਂ। ਭੇਵੇ ਲਾਗੇ ਪੰਜਾਬ ਦੇ ਪਿੰਡਾਂ ਦੀਆਂ ਤਸਵੀਰਾਂ ਨੇ, ਹਰਿਆਣੇ ਦੇ ਲਾਗੇ ਪੰਜਾਬ ਦੇ ਪਿੰਡਾਂ ਦੀਆਂ ਤਸਵੀਰਾਂ ਨੇ। ਤਾਂ ਅੱਗੇ ਚੱਲ ਕੇ ਅਸੀਂ ਲੋਕਾਂ ਦੇ ਨਾਲ ਵੀ ਗੱਲ ਕਰਨੀ ਚਾਹਾਂਗੇ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਜਿਹੜੇ ਲੋਕ ਬਰਬਾਦ ਹੋ ਗਏ। ਅੱਜ ਅਸੀਂ ਫੇਰ ਇੱਕ ਵਾਰ ਤੁਹਾਨੂੰ ਤਸਵੀਰਾਂ ਉਸੇ ਪੰਜਾਬ ਦੀਆਂ ਦਿਖਾਉਣ ਜਾ ਰਹੇ ਹਾਂ, ਜਿਹੜਾ ਪੰਜਾਬ ਡੁੱਬਦਾ ਹੋਇਆ ਨਜ਼ਰ ਆ ਰਿਹਾ। ਜਿਹੜੇ ਪੰਜਾਬ ਦੇ ਵਿੱਚ 4 ਦਿਨ ਪਹਿਲਾਂ ਇਹ ਖੇਤ ਹਰੇ ਭਰੇ ਦਿਖਾਈ ਦੇ ਰਹੇ ਸਨ, ਤਾਂ ਅੱਜ ਉਹਨਾਂ ਖੇਤਾਂ ਹਰਿਆਣੇ ਦੇ ਲਾਗਲੇ ਪਿੰਡਾਂ ਦੇ ਜਿਹੜੇ ਹਾਲਾਤ ਨੇ, ਪੰਜਾਬ ਤੇ ਹਰਿਆਣੇ ਬਾਰਡਰ ਤੇ ਵਸੇ ਪਿੰਡ ਨੇ, ਉਹਨਾਂ ਦੇ ਹਾਲਾਤ ਅਸੀਂ ਜ਼ਰੂਰ ਦਿਖਾਵਾਂਗੇ। ਕਿਉਂਕਿ ਪਾਣੀ ਆ ਜਿਹੜਾ ਪੂਰੇ ਦਾ ਪੂਰਾ ਜਿਹੜਾ ਕਿ ਭਰਿਆ ਹੋਇਆ। ਇੱਕ ਵਾਰ ਸੁੱਖੀਏ ਤਸਵੀਰਾਂ ਦਿਖਾ ਦੇ। ਪਿਛਲੇ ਪਾਸੇ ਜਿਹੜੀਆਂ ਸੜਕਾਂ ਨੇ ਉਹ ਟੁੱਟ ਗਈਆਂ ਨੇ ਤੇ ਪਾਣੀ ਜਿਹੜਾ ਕਿ ਜਿਉਂ ਦੀ ਤਿਉਂ ਵਗ ਰਿਹਾ। ਬੇਸ਼ੱਕ ਪਾਣੀ ਦਾ ਪੱਧਰ ਘਟਿਆ, ਪਰ ਪਾਣੀ ਜਿਹੜਾ ਕਿ ਮਾਰੋ ਮਾਰ ਕਰਦਾ ਫੇਰ ਵੀ ਪੰਜਾਬ ਦੇ ਖੇਤਾਂ ਨੂੰ ਲੈ ਡੁੱਬਿਆ।